ਇੱਕ ਪਾਸੇ ਸੂਬੇ ਦਾ ਕਿਸਾਨ ਸੜਕਾਂ ਤੇ ਡਟਿਆ ਹੋਇਆ ਧਰਨੇ ਲਗਾ ਰਿਹਾ, ਜੋ ਕਾਫਲਾ ਅੰਦੋਲਨ ਦਾ ਲਗਾਤਾਰ ਲੰਮਾ ਹੋ ਰਿਹਾ। ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਆਪਣੇ ਸਾਥੀਆਂ ਨਾਲ 11ਵੇਂ ਦਿਨ ਅੱਜ ਧਰਨੇ 'ਚ ਬੈਠੇ ਨੇ, ਜੰਤਰ ਮੰਤਰ ਤੇ ਧਰਨਾ ਲਗਾਇਆ। ਗੱਲਬਾਤ ਕਰਦੇ ਉਹਨਾਂ ਨਾਲ। ਬਿੱਟੂ ਸਾਹਿਬ, ਸਭ ਤੋਂ ਪਹਿਲਾਂ 11 ਦਿਨ ਹੋ ਗਏ ਤੁਸੀਂ ਧਰਨੇ ਤੇ ਬੈਠੇ ਹੋ, ਕਿਵੇਂ ਦੇਖਦੇ ਹੋ ਸਾਰੇ ਅੰਦੋਲਨ ਨੂੰ? ਕਿਉਂਕਿ ਕਿਤੇ ਨਾ ਕਿਤੇ ਵਿਵਾਦ ਤੁਹਾਡੇ ਬਿਆਨਾਂ ਨੂੰ ਵੀ ਲੈ ਕੇ ਹੁੰਦਾ ਰਿਹਾ। ਸਭ ਤੋਂ ਪਹਿਲਾਂ ਤਾਂ ਬਾਬੂ ਸ਼ਾਹੀ ਜਿਹੜਾ ਮੈਂ ਸਮਝਦਾ ਬਹੁਤ ਹੀ ਪਿਆਰ ਕਰਨ ਵਾਲਾ ਇੱਕ ਚੈਨਲ ਤੇ ਨਾਲ ਜਿਹੜੀ ਵੈਬਸਾਈਟ ਆ, ਤੇ ਤੁਸੀਂ ਵੀ ਲਗਾਤਾਰ 23 ਦਿਨ ਦੇ ਇੱਥੇ ਇਸ ਅੱਗ 'ਚ ਵਰਦੀ ਠੰਡ 'ਚ ਤੁਸੀਂ ਵੀ ਝੋਕਿਆ ਹੋਇਆ ਆਪਣੇ ਆਪ ਨੂੰ। ਦੇਖੋ, ਮੈਂ ਜਿਹੜੇ ਤੁਸੀਂ ਗੱਲ ਕੀਤੀ, ਮੈਨੂੰ ਇਹ ਪਹਿਲਾਂ ਪਤਾ ਸੀ ਕਿਉਂਕਿ ਸਰਕਾਰਾਂ ਵੀ ਦੇਖੀਆਂ, ਸਰਕਾਰਾਂ 'ਚ ਰਹੇ ਵੀ ਹਾਂ, ਵੀ ਇਹ ਇਹੋ ਜਿਹੀ ਸ਼ਰਾਰਤ ਕਰਕੇ ਪਹਿਲਾਂ ਹੀ ਵੀ ਇਸ ਮੂਵਮੈਂਟ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰਨਗੇ। ਕਦੇ ਭਿੰਡਰਾਂ ਵਾਲੇ ਦੀ ਗੱਲ ਕਰਕੇ, ਕਦੇ ਖਾਲਿਸਤਾਨ ਦੀ ਗੱਲ ਕਰਕੇ। ਮੈਂ ਇਹ ਸੁਚੇਤ ਜਿਹੜੇ ਤੁਸੀਂ ਮੇਰੇ ਬਿਆਨ ਦੀ ਗੱਲ ਕੀਤੀ, ਮੈਂ ਪਹਿਲੇ ਦਿਨ ਕਰਤਾ ਸੀ ਵੀ ਇਹਨਾਂ ਨੂੰ ਕਿਤੇ ਉਹਦੇ ਨੇੜੇ ਨਾ ਲੱਗਣ ਦੇ, ਇਹਨਾਂ ਨੂੰ ਕਿਤੇ ਬੈਨਰ ਪੋਸਟਰ ਇਹਨਾਂ ਨੇ ਬਹਾਨਾ ਹੀ ਬਣਾਉਣਾ। ਉਸ ਵੇਲੇ ਕਈਆਂ ਨੇ ਮੇਰੀ ਗੱਲ ਦਾ ਬਹੁਤ ਗੁੱਸਾ ਵੀ ਕੀਤਾ, ਪਰ ਉਹਨਾਂ ਨੇ ਉਹ ਸਟੇਜ 'ਤੇ ਬੈਨ ਕੀਤੇ ਪਹਿਲੇ ਦਿਨ। ਇਹ ਤਾਂ ਮੰਨਦੇ ਹੋ, ਕਿਤੇ ਬੈਨਰ ਪੋਸਟਰ ਉਹਨਾਂ ਦਾ ਲੱਗਣ ਨਹੀਂ ਦਿੱਤਾ। ਅਤੇ ਉਹੀ ਗੱਲ ਹੋਈ। ਅਤੇ ਜਦੋਂ ਮੈਂ ਇਹ ਗੱਲ ਕਹੀ, ਉਦੋਂ 4-5 ਦਿਨਾਂ ਬਾਅਦ ਹੀ ਇਹਨਾਂ ਨੇ ਉਹ ਜਿਹੜੀ ਗੱਲ ਮੈਂ ਕਿਹਾ ਸੀ ਕਰਨੀ ਆ, ਉਹਨਾਂ ਨੇ ਕਰਨੀ ਸ਼ੁਰੂ ਬੀਜੇਪੀ ਦੀ ਸਰਕਾਰ ਨੇ ਕਰਤੀ। ਪਰ ਆਪਾਂ ਉਦੋਂ ਪਹਿਲਾਂ ਆਗਾਹ ਸੀਗੇ, ਪਹਿਲਾਂ ਕਿਹਾ ਹੋਇਆ ਸੀ, ਚਾਹੇ ਮੈਨੂੰ ਉਹ ਇਸ ਗੱਲ ਦਾ ਮਾੜਾ ਹੀ ਉਹਨਾਂ ਨੇ ਮੈਨੂੰ ਕਿਹਾ, ਪਰ ਮੈਨੂੰ ਮੈਂ ਇਹਨਾਂ ਦੇ ਲੱਛਣਾਂ ਨੂੰ ਜਾਣਦਾ। ਮੈਨੂੰ ਪਤਾ ਵੀ ਇਹ ਜਿਹੜੀਆਂ ਏਜੰਸੀਆਂ ਇਹ ਸਰਕਾਰ ਦੀਆਂ ਕੀ ਕਰਦੀਆਂ ਇਹ। ਅਤੇ ਇਸ ਕਰਕੇ ਹੁਣ ਦਿੱਲੀ ਤੀਜੀ ਵਾਰ MP ਹੈ, ਸਭ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ। ਮੈਂ ਉਹ ਸੁਚੇਤ ਕੀਤਾ ਸੀ, ਅਤੇ ਇਸ ਕਰਕੇ ਜੇ ਮੈਂ ਉਦੋਂ ਵੀ ਇਹ ਕਿਹਾ ਸੀ ਵੀ ਸਾਡਾ ਆਗੂ ਹੋਣ ਦਾ, ਲੀਡਰ ਹੋਣ ਦਾ ਫਿਰ ਕੋਈ ਫਾਇਦਾ ਨਹੀਂ ਜੇ ਅਸੀਂ ਪਹਿਲਾਂ ਹਵਾ ਆਉਂਦੀ ਦੱਸ ਨਾ ਸਕੀਏ ਵੀ ਇਹ 'ਚ ਖੁਸ਼ਬੂ ਆ ਜਾਂ ਬਦਬੂ ਆ। ਅਤੇ ਮੈਂ ਇਸ ਕਰਕੇ ਉਦੋਂ ਇਹ ਗੱਲ ਕਹੀ ਸੀ, ਪਰ ਚਲੋ ਉਹ ਤਾਂ ਬਹੁਤ ਦਿਨ ਪਹਿਲਾਂ ਦੀ ਗੱਲ ਹੋ ਗਈ। ਉਦੋਂ ਬਾਅਦ ਤਾਂ ਕਈ ਤਰ੍ਹਾਂ ਦੇ ਉਦੋਂ ਬਾਅਦ ਸੈਂਟਰ ਨੇ ਤਰੀਕੇ ਇਖਤਿਆਰ ਕੀਤੇ ਨੇ, ਕਿਸ ਤਰੀਕੇ ਨਾਲ ਕਿਸਾਨਾਂ ਨੂੰ ਉਰਿਓਂ ਤੋਰਿਆ ਜਾਵੇ। ਕਦੇ ਪੰਜਾਬ ਵੱਖਰਾ ਕਰਨ ਦੀ ਗੱਲ ਕੀਤੀ, ਕਦੇ ਸਿੱਖਾਂ ਨੂੰ ਵੱਖਰਾ ਕਰਨ ਦੀ ਗੱਲ ਕੀਤੀ। ਆਹ ਹੁਣ ਨਵੀਂ ਗੱਲ ਕੀਤੀ ਹੋਈ ਆ ਵੀ ਸਾਰੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਗੱਲ ਕਰ ਲਓ, ਕਦੇ ਜਾ ਕੇ UP ਦੇ ਕਿਸਾਨਾਂ ਨਾਲ ਗੱਲ ਕਰ ਲਓ, ਕਦੇ ਜਾ ਕੇ ਕੋਈ ਨਕਲੀ ਪੰਜਾਬੀ ਫੜ ਕੇ 15 ਵੀ ਉਹਨਾਂ ਨਾਲ ਗੱਲ ਕਰ ਲਓ। ਪਰ ਅਸਲੀ ਮੁੱਦੇ 'ਤੇ ਜਿਹੜਾ ਹੈ ਨਾ, ਕਿਤੇ ਨਾ ਕਿਤੇ ਮੰਚ ਜਿਹੜਾ ਹੈ ਨਾ, ਉਹ ਪੰਜਾਬ ਦੇ ਕਿਸਾਨ ਨੂੰ ਲੁੱਟਣ ਦੀ ਜਿਹੜੀ, ਕਿਉਂਕਿ ਸਭ ਤੋਂ ਵੱਡਾ ਬਾਜ਼ਾਰ ਆ ਜਿਹੜਾ ਰਿਟੇਲ ਦਾ, ਖੁਦਰਾ ਬਾਜ਼ਾਰ ਜਾਂ ਜਿਹੜਾ ਪਰਚੂਨ ਦਾ ਬਾਜ਼ਾਰ ਆਪਾਂ ਕਹਿੰਦੇ ਆ, ਹਿੰਦੁਸਤਾਨ ਦੀ ਆਬਾਦੀ ਦੇ ਹਿਸਾਬ ਨਾਲ ਸਭ ਤੋਂ ਵੱਡਾ ਬਾਜ਼ਾਰ ਆਪਣਾ ਹਿੰਦੁਸਤਾਨ ਦਾ ਹੈ, ਜਿਹੜਾ 12,000 ਬਿਲੀਅਨ ਦਾ ਹੈ, 12,000 ਬਿਲੀਅਨ ਦਾ। ਉਹਦੇ ਵਿੱਚ ਇਨਵੈਸਟ ਕੀਤਾ ਹੈ ਜਿਹੜਾ ਕਿ ਪਿਊਸ਼ ਗੋਇਲ, ਜਿਹਦੇ ਕੋਲ ਕਮਰਸ ਅਤੇ ਟਰੇਡ ਮਹਿਕਮਾ, ਉਹ ਤਿੰਨੋਂ ਬਿੱਲ ਉਹਦੇ ਥੱਲੇ ਆਉਂਦੇ ਆ। ਉਹਨਾਂ ਨੇ ਰਿਲਾਇੰਸ ਦੇ ਨਾਲ ਬਹੁਤ ਵੱਡੀ ਗੂਗਲ ਜਿਹੜੀ ਕੰਪਨੀ ਆ, ਉਹਨੇ ਨਿਵੇਸ਼ ਕੀਤਾ ਰਿਟੇਲ 'ਚ। ਐਂ ਅਡਾਨੀ ਨਾਲ ਜਿਹੜਾ WhatsApp ਗਰੁੱਪ ਆ ਜਿਹੜਾ, ਉਹਨੇ ਨਿਵੇਸ਼ ਕੀਤਾ। ਜਦੋਂ ਐਡੀ ਵੱਡੀ ਮਾਰਕੀਟ ਹੋਵੇ, ਜਿਵੇਂ ਮੈਂ ਦੱਸਿਆ ਵੀ ਕਿੰਨੇ ਹਜ਼ਾਰਾਂ ਕਰੋੜ ਦੀ, ਲੱਖਾਂ ਦੀ ਮਾਰਕੀਟ ਆ, ਅਤੇ ਉਹ ਸੁਭਾਵਿਕ ਆ ਵੀ ਐਡਾ ਲੜਾਈ ਹੋਣੀ ਆ। ਉਹ ਪਿਊਸ਼ ਗੋਇਲ ਹੋਣੀ ਜਿਹੜੀ ਸਭ ਤੋਂ ਵੱਡੀ ਅਮੀਰ ਪਾਰਟੀ ਕੀਤੀ ਆ BJP, ਉਹਦੇ ਖਜ਼ਾਨਚੀ ਵੀ ਨੇ ਨਾਲ ਇਹ ਮੰਤਰੀ ਵੀ ਨੇ, ਨਾਲ ਉਹਨਾਂ ਦੇ ਪਿਤਾ ਜੀ ਵੀ ਖਜ਼ਾਨਚੀ ਪਹਿਲਾਂ ਰਹੇ। ਅਤੇ ਜਿੰਨਾ ਪੈਸਾ ਇਹ ਮਲਟੀਨੈਸ਼ਨਲ ਕੰਪਨੀਜ਼ ਤੋਂ BJP ਨੂੰ ਆਇਆ, ਉਹ ਉਹਨਾਂ ਦੇ ਥਰੂ ਆਇਆ। ਅਤੇ ਉਹ ਜਦੋਂ ਮੈਂ ਪਹਿਲਾਂ ਕਹਿੰਦਾ ਰਿਹਾ ਵੀ ਕਿਸਾਨਾਂ ਦੀ ਮੀਟਿੰਗ 'ਚ ਪਿਊਸ਼ ਗੋਇਲ ਨੂੰ ਨਾ ਬਿਠਾਓ, ਤੁਸੀਂ ਨਾ ਗੱਲ ਕਰੋ, ਉਹ ਤਾਂ ਇਹ ਸਮਝੋ ਵੀ ਅਡਾਨੀ, ਅੰਬਾਨੀ ਅਤੇ ਜਿਹੜੇ 50 ਹੋਰ ਵੱਡੇ ਇੰਡਸਟਰੀਸਟ ਨੇ ਜਿਨ੍ਹਾਂ ਦੇ ਖਾਤਰ ਬਿੱਲ ਬਣਾਇਆ, ਉਹ ਆਪ ਬੈਠੇ ਆ, ਸਮਝ ਲਓ ਉਹਨਾਂ ਦੇ ਮੂੰਹ ਬੈਠੇ ਆ ਇਹ। ਪਰ ਮੇਰੀ ਗੱਲ ਉਦੋਂ ਨਹੀਂ ਸੁਣੀ, ਪਰ ਉਹ ਗੱਲ ਸਿਰੇ ਚੜ੍ਹਨੀ ਹੋਣੀ ਸੀ ਜਿੰਨਾ ਚਿਰ ਉਹ ਬੈਠਾ ਸੀਗਾ ਜਿਹਨੇ ਬਿੱਲ ਵੀ ਬਣਾਏ, ਅਤੇ ਜਿਨ੍ਹਾਂ ਦੇ ਕਹਿਣ 'ਤੇ ਬਣਾਏ ਉਹ ਆਪ ਬੰਦਾ ਵਿੱਚ ਬੈਠਾ ਸੀ। ਇਸ ਕਰਕੇ ਹੁਣ ਉਹਨਾਂ ਤੋਂ ਪੈਸਾ ਲਿਆ ਹੋਇਆ, ਚੰਦਾ ਲਿਆ ਹੋਇਆ, ਉਹ ਹਜਮ ਕਿਵੇਂ ਕਰਨਾ, ਕਿਵੇਂ ਨਹੀਂ ਕਰਨਾ, ਉਹਦੀਆਂ ਸਾਰੀਆਂ ਜਿਹੜੀਆਂ ਸਕੀਮਾਂ ਉਹ ਬਣਾਈਆਂ ਹੋਈਆਂ ਏ, ਅਤੇ ਉਹਦੀ ਭੇਂਟ ਆ ਕਿਸਾਨ ਚੜ੍ਹ ਰਿਹਾ। ਗੱਲ ਤਾਂ ਇੰਨੀ ਆ। ਬਿੱਟੂ ਜੀ, ਗੱਲ ਕਰ ਰਹੇ ਵੀ ਉਦੋਂ ਪਿਊਸ਼ ਗੋਇਲ ਬੈਠਾ ਹੁੰਦਾ, ਤੁਸੀਂ ਕਹਿੰਦੇ ਗੱਲ ਸਿਰੇ ਨਹੀਂ ਚੜ੍ਹਨੀ। ਅੱਜ ਮਸਲਾ ਸੁਪਰੀਮ ਕੋਰਟ 'ਚ ਆ ਗਿਆ, 2 ਦਿਨ ਹੋ ਗਏ ਹੀਅਰਿੰਗ ਹੁੰਦੀ ਨੂੰ, ਉਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸੁਪਰੀਮ ਕੋਰਟ 'ਚ ਆ ਗਿਆ, ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਕਿਸਾਨ ਜੋ ਸ਼ਾਂਤਮਈ ਬੈਠੇ ਨੇ ਠੀਕ ਨੇ, ਪਰ ਮਸਲਾ ਗੱਲਬਾਤ ਨਾਲ ਹੀ ਨਹੀਂ, ਕੋਰਟ ਨੇ ਤਾਂ ਅੱਜ ਦੇਖੋ, ਕੋਰਟ ਬਹੁਤ ਹੀ ਸਤਿਕਾਰਯੋਗ ਆ। ਕੋਰਟ ਨੇ ਤਾਂ
ਕੀ ਕਹਿੰਦੇ ਹੁੰਦੇ, ਪੱਟ ਵੀ ਮੇਰੀ ਤੇ ਕੀ ਆ ਉਹ ਚਿੱਤ ਵੀ ਮੇਰੀ। ਕਹਿੰਦੇ ਜੀ ਕਿਸਾਨ ਜਿਹੜੇ ਬੈਠੇ ਆ ਉਹਨਾਂ ਦਾ ਵੀ ਹੱਕ ਆ, ਤੇ ਕਹਿੰਦੇ ਜਿਹੜੀਆਂ ਸੜਕਾਂ ਬੰਦ ਕੀਤੀਆਂ, ਜਿਨ੍ਹਾਂ ਨੇ ਸੜਕਾਂ ਤੋਂ ਲੰਘਣਾ ਉਹਨਾਂ ਦਾ ਵੀ ਹੱਕ ਆ। ਤੇ ਜਿਹੜੀ ਗੱਲ ਕਰਤੀ ਬਿੱਲਾਂ ਦੀ, ਯਾਰ ਸੁਪਰੀਮ ਕੋਰਟ ਫਿਰ ਕਹਿਣਗੇ ਵੀ ਇਹ ਕਿਹੋ ਜਿਹੀ ਗੱਲ ਕਰਦਾ MP ਆਪ। ਸੁਪਰੀਮ ਕੋਰਟ ਦਾ ਚੀਫ ਜਸਟਿਸ ਦਾ ਮਤਲਬ ਇਲਾਹੀ ਹੁਕਮ ਆ। ਉਹ ਕਹਿੰਦੇ ਨੇ, ਜਿਹੜਾ ਸੋਲਿਸਿਟਰ ਜਨਰਲ ਵੀਨੂ ਗੋਪਾਲ ਆਇਆ, ਉਹਨਾਂ ਨੇ ਉਹਨੂੰ ਇਹ ਕਿਹਾ ਹੈ ਵੀ ਕਿਉਂ ਨਾ ਇਹ ਕਾਨੂੰਨ ਸਸਪੈਂਡ ਕਰ ਦਿੱਤੇ ਜਾਣ। ਉਹ ਕਹਿੰਦਾ ਜੀ ਮੈਂ ਫਿਰ ਪੁੱਛ ਕੇ ਦੱਸਦਾ ਸਰਕਾਰ ਨੂੰ। ਸਰਕਾਰ ਕੌਣ ਆ? ਸਰਕਾਰ 'ਚ ਮੋਦੀ, ਤੇ ਮੋਦੀ ਤੇ ਕਦ ਬਿੱਲ ਕੈਂਸਲ ਕਰਨ ਨੂੰ ਬੈਠਾ? ਮੋਦੀ ਤਾਂ ਬੈਠਾ ਵੀ ਮੈਂ ਇੱਕ ਰੱਦ ਹੀ ਨਹੀਂ ਕਰਨੇ। ਤੇ ਫਿਰ ਸੁਪਰੀਮ ਕੋਰਟ ਦਾ ਕੀ ਗੱਲ ਬਣੀ? ਤੇ ਉਹ ਕੱਲ ਨੂੰ ਕਹਿ ਕੇ ਭੇਜ ਦੇਣਗੇ ਵੀ ਅਸੀਂ ਨਹੀਂ ਕਰਨੇ। ਕਿਤੇ ਨਾ ਕਿਤੇ ਇਹ ਅਦਾਰੇ ਵੀ ਜਿਹੜੇ ਆ ਮੋਦੀ ਨੇ ਉਹਨਾਂ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਪੂਰਾ ਉਹਨਾਂ ਨੂੰ ਕੱਸਿਆ ਹੋਇਆ, ਉਹਨਾਂ ਤੇ ਕਬਜ਼ਾ ਕੀਤਾ ਹੋਇਆ, ਉਹਨਾਂ ਨੂੰ ਡਰਾਇਆ ਹੋਇਆ, ਰੱਬ ਜਾਣੇ ਕੀ ਕੀਤਾ ਹੋਇਆ। ਇਹ ਤਾਂ ਪਹਿਲਾਂ ਜੱਜ ਕਦੇ ਹੋਇਆ ਸੁਪਰੀਮ ਕੋਰਟ ਦੇ ਜੱਜ, ਸਭ ਤੋਂ ਸੀਨੀਅਰ ਜੱਜ 4 ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕਰ ਗਏ ਸੀ। ਉਦੋਂ ਵੱਧ ਹੁਣ ਗੱਲ ਰਹਿ ਕੀ ਗਈ ਨੰਗੀ। ਤੇ ਇਸ ਕਰਕੇ ਇਹ ਗੱਲ ਵੀ, ਨਾਲੇ ਆਪਾਂ ਨੂੰ ਪੰਜਾਬ ਨੂੰ ਚਾਹੇ ਚੰਡੀਗੜ੍ਹ ਰਾਜਧਾਨੀ ਉਹ ਨਹੀਂ ਮਿਲੀ ਅੱਜ ਤੱਕ। ਕੋਰਟਾਂ 'ਚ ਕੀ ਹੋ ਗਿਆ? ਐਸਵਾਇਰ ਕਨਾਲ ਦਾ ਫੈਸਲਾ ਕਦ ਹੋ ਗਿਆ? 84 ਦੇ ਫੈਸਲੇ ਕਦ ਹੋ ਗਏ? ਹੋਰ ਵੱਡੀਆਂ ਗੱਲਾਂ ਲਾ ਲਓ ਜਿਨ੍ਹਾਂ ਨੂੰ ਸਜ਼ਾਵਾਂ ਮਿਲੀਆਂ ਉਹਨਾਂ ਨੂੰ ਕਦ ਹੋ ਗਈਆਂ। ਤੇ ਇਸ ਕਰਕੇ ਕੋਰਟ ਨੇ ਵੀ 2 ਦਿਨ ਰਹਿ ਗਏ ਬਾਕੀ। ਇਹ ਜਿਹੜਾ ਹੁਣ ਠੰਡ ਦੀਆਂ ਸਰਦੀ ਵਿੰਟਰ ਵਕੇਸ਼ਨ ਹੋ ਜਾਣੀਆਂ ਉਹਨਾਂ ਦੀਆਂ, ਉਹਨਾਂ ਨੇ ਵੀ ਦੇਖੋ ਮੋਦੀ ਇੱਕ ਐਸਾ ਤਾਨਾਸ਼ਾਹ ਹੈ ਵੀ ਕਿਸੇ ਤੋਂ ਨਹੀਂ ਕਰ ਹੋਣਾ। ਜਿੱਦਣ ਮੁੜਨਾ ਤਾਂ ਉਹਨੇ ਹੀ ਮੁੜਨਾ, ਜਿੱਦਣ ਵਾਪਸੀ ਹੋਣੀ ਆ ਤਾਂ ਉਹਨੇ ਹੀ ਕਰਨੀ ਆ। ਉਹ ਵਾਪਸੀ ਹੁਣ ਕਿੰਨਾ ਕੁ ਪੰਜਾਬੀਆਂ ਦਾ ਹੋਰ ਖੂਨ ਮੰਗਦਾ ਏ, ਕਿੰਨਾ ਕੁ ਪੰਜਾਬੀਆਂ ਦੀ ਹੋਰ ਸ਼ਹਾਦਤਾਂ ਮੰਗਦਾ ਏ, ਉਹ ਹੁਣ ਉਹਨੂੰ ਪਤਾ ਏ। ਬਿੱਟੂ ਇਹਦਾ ਹੱਲ ਕੀ ਹੈ? ਕਿਉਂਕਿ ਕੋਰਟ ਦੀ ਗੱਲ ਵੀ ਤੁਸੀਂ ਕਰ ਰਹੇ ਹੋ ਕਿ ਕੋਰਟ ਵੀ ਉਹਨਾਂ ਦੇ ਹੱਥ 'ਚ ਆ। ਵਿੰਟਰ ਸੈਸ਼ਨ ਆ, ਸਦਨ ਦੀ ਗੱਲ ਵੀ ਮੰਗੀ ਜਾਂਦੀ ਕਿ ਇਜਲਾਸ ਬੁਲਾਇਆ ਜਾਵੇ। ਵਿੰਟਰ ਸੈਸ਼ਨ ਵੀ ਕੈਂਸਲ ਕਰ ਦਿੱਤਾ ਗਿਆ। ਦੇਖੋ ਗੱਲ ਤਾਂ ਇੱਕ, ਆਪਾਂ ਤਾਂ ਕੁਝ ਕਹਿੰਦੇ ਹੀ ਨਹੀਂ। ਅਸੀਂ ਤਾਂ ਕਹਿੰਦੇ ਵੀ ਬੈਠੇ ਆ ਭਾਈ, ਤੂੰ ਮਾਰ ਲਾ ਹੋਰ ਮਨ। ਮੈਂ ਤੁਹਾਨੂੰ ਕਹਿੰਦਾ ਵੀ ਗੱਲ ਤਾਂ ਕਿਸੇ ਕੰਢੇ ਹੋਰ ਲੱਗਣੀ ਹੋ ਨਹੀਂ, ਜਿੰਨਾ ਚਿਰ ਮੋਦੀ ਆਪਣਾ ਉਹਦੇ ਮਨ ਮਿਹਰ ਨਹੀਂ ਹੁੰਦੀ, ਜਾਂ ਉਹਦੇ ਮਨ 'ਚ ਕੋਈ ਭਾਵਨਾ ਨਹੀਂ ਆਉਂਦੀ ਵੀ ਹਾਂ ਮੈਂ ਧੱਕਾ ਕਰ ਰਿਹਾ। ਗੱਲ ਤਾਂ ਉਹਦੇ ਹੱਥ ਆ, ਹੋਰ ਕਿਸੇ ਦੇ ਹੱਥ ਨਹੀਂ ਗੀ। ਉਹ ਕਿੰਨਾ ਚਿਰ ਬਾਅਦ ਆਉਂਦੀ ਆ, ਮੈਂ ਤੁਹਾਨੂੰ ਜਿਵੇਂ ਕਿਹਾ ਹੈ, ਉਦੋਂ ਨਾ ਕਿਸੇ ਦੇ ਵੱਸ ਆ ਨਾ ਕਿਸੇ ਦੇ ਹੱਥ ਆ। ਉਹ ਕੱਲਾ ਇਸ ਵੇਲੇ ਇੰਨਾ ਤਾਨਾਸ਼ਾਹ ਬਣਿਆ ਬੈਠਾ ਏ, ਕਿਸੇ ਦੇ ਪੱਲੇ ਕੁਛ ਨਹੀਂ ਉਹ ਤੋਂ ਬਗੈਰ। ਪਰ ਆਪਾਂ ਕੀ ਇੰਨੀ ਛੇਤੀ ਘਬਰਾਉਂਦੇ ਆ? ਜਦੋਂ ਬਾਬਰ ਵਰਗੇ, ਗੁਰੂ ਨਾਨਕ ਦੇਵ ਜੀ ਨੇ ਕਿਹਾ ਖੇਤੀ ਤਾਂ ਸਭ ਤੋਂ ਉੱਤਮ ਆ ਭਾਈ, ਬਾਬਰ ਵਰਗੇ ਭਜਾ ਤੇ। ਉਦੋਂ ਬਾਅਦ ਆਪਣੀ 10 ਗੁਰੂਆਂ ਦੀ, ਹਜੇ ਤਾਂ ਆਪਾਂ ਗੁਰੂ ਨਾਨਕ ਦੇਵ ਜੀ ਦੇ ਰਾਹ ਤੇ ਚੱਲ ਰਹੇ ਆ ਨਾ। ਫਿਰ ਜਿੱਦਣ 10ਵੇਂ ਗੁਰੂ ਦੇ ਖੰਡਾ ਖੜਕਾਉਣ ਤੇ ਆ ਜਾਾਂਗੇ, ਫਿਰ ਉਹ ਖੜਕਵਾ ਲੇ। ਮੋਦੀ ਸਾਹਿਬ ਤਾਂ ਅੱਜ ਵੀ ਕਹਿੰਦੇ ਨੇ ਕਿ ਕਾਨੂੰਨ ਵਧੀਆ ਨੇ, ਕਿਸਾਨਾਂ ਦੇ ਲਾਹੇਵੰਦ ਨੇ। ਇਹ ਸਿਰਫ ਤੇ ਸਿਰਫ ਵਿਰੋਧੀ ਪਾਰਟੀਆਂ ਦੀ ਸਾਜ਼ਿਸ਼ ਆ ਜੋ ਕਿਸਾਨਾਂ ਨੂੰ ਭੜਕਾ ਰਹੀਆਂ ਨੇ। ਯਾਰ ਬਈ ਜਾਂ ਤਾਂ ਮੈਂ ਸਮਝਦਾ ਇਦੋਂ ਢੀਠ ਕੋਈ ਬੰਦਾ ਹੀ ਨਹੀਂ ਹੋ ਸਕਦਾ। ਇੰਨਾ ਪ੍ਰਧਾਨ ਮੰਤਰੀ ਨੂੰ ਕਹਿੰਦੇ ਵੀ ਚੰਗਾ ਨਹੀਂ ਲੱਗਦੇ, ਦੇਸ਼ ਦਾ ਪ੍ਰਧਾਨ ਮੰਤਰੀ ਆ। ਪਰ ਹੁਣ ਗੱਲ ਤਾਂ ਇਹ ਆ, ਦੇਖਣਾ ਇਹ ਆ, ਬਾਕੀ ਤਾਂ ਸਭ ਗੱਲਾਂ ਹੁਣ ਛੋਟੀਆਂ ਰਹਿ ਗਈਆਂ। ਹੁਣ ਦੇਖਣਾ ਤਾਂ ਇਹੀ ਆ ਵੀ ਕਿਹਦੇ ਵਿੱਚ ਆਪਾਂ ਸ਼ਾਂਤੀਮਈ, ਕਿਹਦੇ ਵਿੱਚ ਕਿੰਨੀ ਕੁ ਹਿੰਮਤ ਆ। ਉਹ ਭੱਜਦਾ ਜਾਂ ਆਪਾਂ ਭੱਜਦੇ ਆ। ਗੱਲ ਤਾਂ ਹੁਣ ਇੱਥੇ ਖੜੀ ਆ। ਤੇ ਆਪਾਂ ਕਿਸਾਨ ਤਾਂ ਇੱਕ ਵਾਰ ਬੀਜ ਦਿੰਦਾ, ਉਹ 6 ਮਹੀਨੇ ਉਡੀਕੀ ਜਾਂਦਾ, ਚਾਹੇ ਧੁੱਪ ਪਏ, ਚਾਹੇ ਸੋਕਾ ਪਏ, ਮੀਂਹ ਪਏ, ਗੜੇ ਪਏ। 6 ਮਹੀਨੇ ਬਾਅਦ ਉਹਦੀ ਫਸਲ ਪੱਕਦੀ ਆ। ਫਿਰ ਅਗਲੀ ਫਸਲ ਮਾਰਚ ਤੱਕ ਤਾਂ ਆਪਾਂ ਹੈਗੇ ਹੀ ਆ। ਅਗਲੀ ਵਾਰ ਫੇਰ ਬੀਜ ਛਿੱਟ ਕੇ ਫੇਰ ਆ ਜਾਾਂਗੇ 6 ਮਹੀਨੇ ਲਈ। ਇਹ ਗੱਲ ਮੋਦੀ ਦੇ ਵੀ ਪਤਾ ਹੋਣੀ ਚਾਹੀਦੀ ਆ ਵੀ ਨਾ ਤਾਂ ਇਹ ਜੰਮੂ ਕਸ਼ਮੀਰ ਆ, ਨਾ ਇਹ ਨੋਟਬੰਦੀ ਆ, ਨਾ ਇਹ ਜਿਹੜਾ GST ਵਾਲਾ ਕੰਮ ਕੀਤਾ, ਨਾ ਇਹ ਟ੍ਰਿਪਲ ਤਲਾਕ ਵਾਲਾ ਹੈ, ਨਾ ਇਹ ਸਿਟੀਜ਼ਨਮੈਂਟ ਵਾਲਾ। ਇਹ ਕਿਸਾਨ ਆ, ਤੇ ਕਿਸਾਨ ਅੰਨਦਾਤਾ ਹੈ, ਤੇ ਉਹਦੀ ਰੱਬ ਨੇ ਵੀ ਮਦਦ ਕਰਨੀ ਆ। ਤੇ ਇਸ ਕਰਕੇ ਇਹਨਾਂ ਨੂੰ ਨਾ ਛੇੜੋ, ਇਹਨਾਂ ਨੂੰ ਨਾ ਸਤਾਓ। ਕੱਲ੍ਹ 16 ਸਾਲ ਦਾ ਅੰਗਰੇਜ਼ਾਂ ਵਰਗਾ ਮੁੰਡਾ ਹੈ ਜਿਹੜਾ, ਮੈਂ ਰੋ ਪਿਆ, ਸਭ ਹੀ ਰੋ ਪਏ ਜਦੋਂ ਉਹਦੀ ਤਸਵੀਰ ਤੁਸੀਂ ਵੀ ਦੇਖੀ ਹੋਣੀ ਆ, ਜਦੋਂ ਮਾਂ ਰੋਂਦੀ ਆ ਉਹਨੂੰ। ਤੇ ਕਿੰਨੇ ਕੁ ਪੁੱਤਾਂ ਦੀ ਜਾਨ ਲੈਣੀ ਆ, ਫੌਜ ਤੇ ਅਸੀਂ ਮਰਵਾਈ ਜਾਂਦੇ ਆ। ਤੇ ਮੈਨੂੰ ਤਾਂ ਇਹ ਵੀ ਕਦੇ ਤੁਸੀਂ ਕਹੋਗੇ ਡਰ ਲੱਗਦਾ, ਇਹ ਕਿਤੇ ਵੱਡੇ ਲੈਵਲ ਤੇ ਕੋਈ ਵਿਦਰੋਹ ਨਾ ਕਰਾ ਬੈਠੇ। ਜਿਨ੍ਹਾਂ ਦੇ ਬਾਪ ਉਰੇ 90 ਸਾਲ ਦੇ ਮਾਂ ਬੈਠੇ ਆ ਨਾ, ਉਹਨਾਂ ਦੇ ਹੀ ਪੁੱਤ ਜਿਹੜੇ ਫੌਜ ਚਾਈਨਾ ਤੇ ਪਾਕਿਸਤਾਨ ਨਾਲ ਖੜੇ ਆ। ਤੇ ਜਿੱਦਣ ਬੰਦੂਕਾਂ ਉਹਨਾਂ ਨੇ ਛੱਡ ਕੇ ਇੱਧਰ ਨੂੰ ਚੱਲ ਪਏ ਵੀ ਭਾਈ ਜੇ ਸਾਡੇ ਮਾਂ-ਬਾਪ ਦੀ ਨਹੀਂ ਸੁਣਦਾ ਤੂੰ, ਸਾਡੇ ਭਾਈ ਭੈਣ ਦੀ ਨਹੀਂ ਸੁਣਦਾ, ਆਹ ਚੱਕ ਫਿਰ ਤੇਰੇ ਬਾਰਡਰ ਤੇ ਅਸੀਂ ਨਹੀਂ ਖੜਦੇ। ਫਿਰ ਉਹ ਕਰਾਉਣਾ।
ਜਿੰਨੇ ਬੰਦੇ ਸ਼ਹਾਦਤਾਂ ਰੋਜ਼ ਸਾਡੀਆਂ ਬਾਰਡਰਾਂ ਤੇ ਸ਼ਹੀਦ ਹੁੰਦੇ ਆ ਉਹਨਾਂ ਦੇ ਪਿਓ ਹੀ ਉਰੇ ਬੈਠੇ ਆ, ਹੋਰ ਤਾਂ ਕੋਈ ਨਹੀਂ। ਅੱਗੇ ਜਿਹੜੇ ਬੈਠੇ ਆ ਨੌਜਵਾਨ ਬੱਚੇ, ਉਹਨਾਂ ਨੇ ਫੌਜ BSF CRP 'ਚ ਭਰਤੀ ਹੋ ਕੇ ਪੰਜਾਬ ਨੂੰ ਤਾਂ ਹਿੰਦੁਸਤਾਨ ਨੂੰ ਬਚਾਉਣਾ। ਇਸ ਗੱਲ ਨੂੰ ਸਮਝਣਾ ਚਾਹੀਦਾ। ਇਹ ਮਾਮਲਾ ਬਹੁਤ ਗੰਭੀਰ ਮਾਮਲਾ ਹੈ। ਇਹਦੇ ਨਾਲ ਇੰਟਰਨਲ ਸਿਕਿਉਰਿਟੀ ਦਾ ਬੜਾ ਵੱਡਾ, ਦੇਖੋ ਜਿਹੜੇ ਬਾਪ ਦੀ ਉਰੇ ਮੌਤ ਹੋ ਗਈ ਕਿਸੇ ਦੀ ਤੇ ਫੌਜੀ ਉਸ ਸਰਹੱਦ ਤੇ ਖੜਾ, ਉਹਦੇ ਕੀ ਬੀਤੂਗੀ। ਇਸ ਕਰਕੇ ਮੋਦੀ ਕਦੇ, ਮੈਂ ਕਹਿੰਦਾ 2 4 5 10 ਬੰਦੇ ਕਹਿਣ ਨਾ ਮੰਨੋ, ਕੋਈ 5000 10,000 ਕਹੇ ਨਾ ਮੰਨੋ। ਹੁਣ ਜਦ 25-30 ਲੱਖ ਬੰਦਾ ਤਾਂ ਉਰੇ ਬੈਠਾ ਏ ਤੇ ਬਾਕੀ ਸਾਰੇ ਬੱਚਿਆਂ ਤੋਂ ਲੈ ਕੇ ਅਸੀਂ ਭਾਈ ਸਾਰੇ, ਮੈਂ ਤਾਂ ਕਿਹਾ ਸਾਰੇ ਸੰਤ ਮਹਾਂਪੁਰਸ਼ ਪੰਜਾਬ ਦੇ ਚੱਲ ਪੋ, ਜਿੰਨੇ ਵੀ ਵੱਡੇ ਤੋਂ ਵੱਡੇ, ਜਿਹੜਾ ਇੱਕ ਦਾ ਡੇਰਾ ਛੱਡ ਕੇ ਮਾੜਾ, ਸਾਰੇ ਡੇਰਿਆਂ ਦੇ ਸੰਤ ਮਹਾਂਪੁਰਸ਼, ਸਭ ਜਾਤ ਬਰਾਦਰੀਆਂ ਦੇ ਸੰਤ ਮਹਾਂਪੁਰਸ਼ ਭਾਈ ਇਹਦੇ ਆ ਕੇ ਝੋਲੀ ਅੱਡ ਲਓ, ਬਹਿ ਜਾਓ ਅੱਗੇ ਆ ਕੇ, ਇਹਦੇ ਉੱਤੇ ਆ ਕੇ ਕੀਰਤਨ ਕਰ ਲਓ, ਭਜਨ ਬੰਦਗੀ ਕਰ ਲੈ ਭਾਈ, ਸਾਡੀ ਝੋਲੀ 'ਚ ਪਾ ਦੇ। ਜਿਹੜੀ ਕਿਹੜਾ ਤੈਨੂੰ ਗੁੱਸਾ, ਕਿਉਂ ਇੰਨਾ ਤੂੰ ਸਾਡੇ ਨਾਲ ਕਿਸਾਨਾਂ ਨਾਲ ਮੰਦੀ ਕਰਨ ਲੱਗਿਆ, ਅਸੀਂ ਤੇ ਤੋਂ ਮਾਫੀ ਮੰਗ ਲੈਂਦੇ ਆ ਕੇ ਭਾਈ। ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ, ਜੇ ਤੈਨੂੰ ਤੇਰੀ ਅਗਨੀ, ਤੇਰਾ ਗੁੱਸਾ ਠੰਡਾ ਹੁੰਦਾ, ਇਹ ਤਰੀਕਾ ਅਖਤਿਆਰ ਕਰਕੇ ਦੇਖ ਲੈਂਦੇ ਆ। ਸੋ ਇਹਦੇ ਨਾਲ ਹੀ SGPC ਦੇ ਪ੍ਰਧਾਨ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਜੋ ਕਿਸਾਨ ਬੈਠੇ ਨੇ ਇਹ ਸਾਡੇ ਵੱਲੋਂ ਹੀ ਆਏ ਨੇ, ਅਸੀਂ ਹੀ ਭੇਜੇ ਨੇ। ਇਹ ਤਾਂ ਚਲੋ ਗੱਲ ਇਹ ਆ ਵੀ ਆ ਹੁਣ ਤੁਸੀਂ ਮੇਰੇ ਕੋਲ ਆ ਗਏ, ਮੈਂ ਵੀ ਕੁਝ ਬੋਲਣਾ ਹੈ, ਉਹ ਵੀ ਬੋਲ ਗਏ। ਮਤਲਬ ਇਸ ਵੇਲੇ ਦੇਖੋ ਮਸਾਂ ਕਿਸਾਨ ਇਹ ਧੱਬਾ ਧੋਂਦੇ ਆ ਵੀ ਭਾਈ ਇਹ ਕਿਸੇ ਪਾਰਟੀ ਦਾ ਐਜੀਟੇਸ਼ਨ ਨਹੀਂ, ਕਿਸੇ ਪਾਰਟੀ ਦਾ ਐਜੀਟੇਸ਼ਨ ਨਹੀਂ, ਇਹ ਸਾਰਾ ਕਿਸਾਨ ਬੈਠਾ। ਤੇ ਫਿਰ ਅਸੀਂ ਇਹੋ ਜਿਹਾ ਪੁੱਠਾ ਸਿੱਧਾ ਕੋਈ ਬਿਆਨ ਦੇ ਦਈਏ ਜਿਹਦੇ ਨਾਲ ਫਿਰ ਸਰਕਾਰ ਬਹਾਨਾ ਲੱਭ ਲੇ, ਫਿਰ ਫਾਇਦਾ ਕੀ ਆ। ਇਸ ਕਰਕੇ ਮੇਰੀ ਤਾਂ ਐਡਾ ਮੈਂ ਵੱਡਾ ਸਿਆਣਾ ਨਹੀਂ, ਪਰ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਇਸ ਵੇਲੇ ਆਪਣੀ ਗੱਲ ਘੱਟ ਬੰਦ ਕਰ ਦੇਣੀ ਚਾਹੀਦੀ ਆ। ਕਿਸਾਨਾਂ ਦੀ ਉਹ ਕਰਨੀ, ਮੈਂ ਜੇ ਕਹਾਂ ਵੀ ਮੈਂ ਕਾਂਗਰਸੀ ਹੋਣ ਨਾਤੇ ਨਾਲ ਗੱਲ ਕਰ ਰਿਹਾ, ਨਾ MP ਹੋਣ ਨਾਤੇ ਗੱਲ ਕਰ ਰਿਹਾ, ਮੈਂ ਤਾਂ ਇੱਕ ਕਿਸਾਨ ਹੋਣ ਨਾਤੇ ਗੱਲ ਕਰ ਰਿਹਾ। ਤੇ ਸਭ ਨੂੰ ਹੀ ਇਸ ਵੇਲੇ ਆਪਣੀਆਂ ਪਾਰਟੀਆਂ ਭੁੱਲ ਜਾਣੀਆਂ ਚਾਹੀਦੀਆਂ, ਆਪਣੇ ਸਾਰੇ ਹੀ ਮਤਭੇਦ ਭੁੱਲ ਕੇ ਇੱਕੋ ਗੱਲ ਕਰਨੀ ਚਾਹੀਦੀ। ਭਾਈ ਅਸੀਂ ਤਾਂ ਪੰਜਾਬ ਦੇ ਕਿਸਾਨ ਆ, ਦੇਸ਼ ਦੇ ਕਿਸਾਨ ਆ। ਇਹ ਗੱਲ ਕਹਿਣ 'ਚ ਇਸ ਵੇਲੇ ਮੇਰੀ ਆ ਜੀ, ਤੁਹਾਡੀ ਆ ਜੀ, ਅਸੀਂ ਆ ਜੀ, ਤੁਸੀਂ ਆ ਜੀ, ਇਹ ਗੱਲਾਂ 'ਚ ਪੈਣ ਦੀ ਲੋੜ ਨਹੀਂ। ਇਹ ਕਹੋ ਬਈ ਇਹ ਕਿਸਾਨ ਨੇ, ਅਸੀਂ ਕਿਸਾਨ ਆ ਤੇ ਅਸੀਂ ਸਾਰੇ ਮੋਦੀ ਦੇ ਖਿਲਾਫ ਆ, ਬਸ। ਇਹ ਕਿਸਾਨ, ਅਸੀਂ ਕਿਸਾਨ ਲਾਸਟ ਤੇ ਜਾਂਦੇ ਜਾਂਦੇ ਦਿੱਲੀ ਵਿਧਾਨ ਸਭਾ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਖਿਲਾਫ ਅੱਜ ਸੰਕਲਪ ਪੱਤਰ ਪਾਸ ਕੀਤਾ ਗਿਆ। ਕਾਨੂੰਨ ਦੀਆਂ ਤਿੰਨੇ ਕਾਨੂੰਨਾਂ ਦੀਆਂ ਕਾਪੀਆਂ ਵੀ ਫਾੜੀਆਂ ਗਈਆਂ। ਇਹੀ ਕੰਮ ਪਹਿਲਾਂ ਪੰਜਾਬ ਵੱਲੋਂ ਵੀ ਕੀਤਾ ਗਿਆ ਸੀਗਾ। ਕੀ ਲੱਗਦਾ ਕਿ ਉਹ ਪੰਜਾਬ ਦੇ ਰਾਹ ਤੇ ਪੈ ਗਏ? ਨਹੀਂ, ਪੰਜਾਬ ਆ ਜਿੱਥੇ ਆਪਾਂ ਬੈਠੇ ਆ, ਇਹ ਕੇਜਰੀਵਾਲ ਦਾ ਕੰਸਟੀਚੁਐਂਸੀ ਆ, ਜਿੱਥੇ ਆਪਾਂ ਬੈਠੇ ਆ ਧਰਨੇ ਤੇ। ਇਹ ਮੈਨੂੰ ਤਾਂ ਲੱਗਦਾ ਭਗਵੰਤ ਮਾਨ ਨੇ ਅਸਤੀਫਾ ਕਿਹਾ ਹੋਣਾ ਦੇਣ ਨੂੰ, ਤਾਂ ਕਿਤੇ ਅੱਜ ਕਿਤੇ MLA ਨੇ ਜਾਂ ਕਹਿਤਾ ਹੋਣਾ ਵੀ ਪੰਜਾਬ ਵੜਨ ਜੋਗੇ ਨਹੀਂ ਭਾਈ। ਅੱਜ ਨਹੀਂ 4 ਮਹੀਨਿਆਂ ਬਾਅਦ ਇਹ ਪਾਸ ਹੋ ਕਾਨੂੰਨ ਤੋਂ, ਜਦ ਸਾਰੇ ਦੇਸ਼ ਨੇ ਕਰਤਾ ਤੇ ਇਹਨੇ ਤਾਂ ਕੀਤਾ ਨਹੀਂ। ਇਹਦੇ ਮਨ 'ਚ ਤਾਂ ਗੁੱਸਾ ਇਹ ਜਿਹੜਾ ਵੀ ਇਹ ਮੈਨੂੰ ਪੰਜਾਬੀਆਂ ਨੇ ਹਰਾ ਕੇ ਭੇਜਿਆ, ਇਹ ਚੀਫ ਮਿਨਿਸਟਰ ਬਣਨਾ ਚਾਹੁੰਦਾ ਸੀ ਪੰਜਾਬ ਦਾ, ਇਹਦੇ ਮਨ 'ਚ ਤਾਂ ਉਹ ਅੱਗ ਆ। ਨਹੀਂ ਤੁਹਾਨੂੰ ਦਿੱਲੀ ਇਹ ਹਾਰ ਪਾ ਕੇ ਨਾ ਰਿਸੀਵ ਕਰਦਾ ਕਿਸਾਨਾਂ ਨੂੰ, ਕਿਵੇਂ ਇਹ ਚੀਫ ਮਿਨਿਸਟਰ ਔਰੇ ਦਾ ਕਿਵੇਂ ਹੋ ਸਕਦਾ ਸੀ ਬਾਰਡਰਾਂ ਤੇ ਆਪਾਂ ਨੂੰ ਰੋਕਿਆ ਹੋਇਆ? ਨਹੀਂ ਤਾਂ ਇਹ ਲੈ ਕੇ ਆਉਂਦਾ ਵੀ ਮੇਰੇ ਆ ਵਧੀਆ ਤੋਂ ਵਧੀਆ ਭਾਈ, ਆਹ ਸਟੇਡੀਅਮ ਨੇ ਆਹ ਮੇਰਾ ਪ੍ਰਬੰਧ ਕੀਤਾ ਪਿਆ, ਸਾਰੇ ਆ ਕੇ ਰਹੋ, ਮੈਂ ਤੁਹਾਡੀ ਲੜਾਈ ਲੜੂੰਗਾ, ਮੈਂ ਬੈਠਾ ਮੂਹਰੇ ਮਰਨ ਵਰਤੇ। ਜਦੋਂ ਆਪਣੇ ਲਈ ਤਾਂ ਇਹ ਆਹੀ ਸੜਕਾਂ ਸੀ, ਜਦੋਂ ਰਾਤ ਨੂੰ ਆਪ ਮੁੱਖ ਮੰਤਰੀ ਬਣਨ ਨੂੰ, ਤੇ ਇਹ ਤਾਂ ਉਦੋਂ ਰਾਤ ਨੂੰ ਤਾਂ ਸੜਕਾਂ ਦੇ ਨਾਲ ਕੀ ਕਹਿੰਦੇ ਇਹਨੂੰ, ਆਹ ਫੁੱਟਪਾਥਾਂ ਦੇ ਨਾਲ ਪੈਂਦਾ ਸੀ ਰਾਤ ਨੂੰ। ਹੁਣ ਇਹਨੂੰ ਕਿਉਂ ਨਹੀਂ ਯਾਦ ਆਉਂਦਾ ਮੁੱਖ ਮੰਤਰੀ ਨੂੰ ਇਹਨੂੰ ਪੈਣਾ? ਆਹ ਤਾਂ ਸਿਰਫ ਅੱਜ ਮੈਨੂੰ ਜੋ ਪਤਾ ਹੈ ਵੀ ਭਗਵੰਤ ਮਾਨ ਤੇ ਸਾਰੀ ਪਾਰਟੀ ਆ ਜਿਹੜੀ, ਉਹਨਾਂ ਨੇ ਕਿਹਾ ਵੀ ਭਾਈ ਅਸੀਂ ਸਾਰੇ ਇਸਤੀਫਾ ਦੇ ਕੇ ਚਲੇ ਜਾਵਾਂਗੇ ਜੇ ਤੂੰ ਇਹ ਬਿੱਲ ਨਹੀਂ ਪਾਸ ਕੀਤਾ। ਤਾਂ ਡਰਾਮਾ ਜਿਹਾ ਨਹੀਂ ਕੀਤਾ, ਨਹੀਂ ਇਹ ਕਰਦਾ ਸੀ, ਇਹਦਾ ਰਲਿਆ ਹੋਇਆ ਇਹਨਾਂ ਨਾਲ, ਦਿੱਲੀ ਵਾਲਿਆਂ ਨਾਲ 100%। ਬਿੱਟੂ ਜੀ, ਲਾਸਟ ਤੇ ਜਾਂਦੇ ਜਾਂਦੇ ਤੁਸੀਂ ਪੋਲੀਟੀਸ਼ੀਅਨ ਹੋ, 3 ਵਾਰੀ MP ਰਹੇ ਹੋ, ਲੰਬਾ ਸਿਆਸੀ ਤਜਰਬਾ, ਕੀ ਸੋਚਦੇ ਹੋ ਇਹਦਾ ਹੱਲ ਕੀ ਹੋਣਾ ਚਾਹੀਦਾ ਲਾਸਟ? ਦੇਖੋ ਜੀ, ਇਹ ਤਾਂ ਸਿਆਸੀ ਵਾਲੀ ਗੱਲਾਂ ਤਾਂ ਹੁਣ ਰਹਿ ਗਈਆਂ ਪਿੱਛੇ। ਹੁਣ ਤਾਂ ਦੇਖਣਾ ਹੀ ਆ ਵੀ ਜਾਨ ਕਿਸਾਨ 'ਚ ਵੱਧਦਾ ਜਾਂ ਮੋਦੀ 'ਚ ਵੱਧਦਾ। ਇਹ ਤਾਂ ਹੁਣ ਟੋਚਨ ਜਿਵੇਂ ਕਹਿੰਦੇ ਆ ਪੈ ਗਈ, ਇਹ ਤਾਂ ਹੁਣ ਆਰ ਜਾਂ ਪਾਰ। ਡਟੇ ਰਹੋਗੇ ਉਨੀ ਦੇਰ ਕਰਨੇ? ਮੈਂ ਕਿਹਾ ਜੀ, ਨਾਂ ਦਾ ਤਾਂ ਇੱਕ ਪੰਜਾਬੀ ਇਹ ਕਹਿੰਦੇ ਆ ਨਾ ਵੀ ਠੰਡ ਵੱਧ ਗਈ ਜੀ, ਰੋਜ਼ ਜਿਹੜੇ ਇਹਨਾਂ ਦੇ ਚੈਨਲ ਨੇ ਰੋਜ਼ ਡਰਾਉਂਦੇ, ਅੱਜ ਇੰਨੇ ਸੈਲਸੀਅਸ ਹੋ ਜਾਣੀਆਂ, ਅੱਜ ਰਾਤ ਨੂੰ ਐ ਹੋ ਜਾਣਾ, ਅੱਜ ਇੰਨੀ ਠੰਡ ਪੈ ਜਾਣੀ। ਇਹਨਾਂ ਨੂੰ ਇਹ ਨਹੀਂ ਪਤਾ ਠੰਡ 'ਚ ਜ਼ਿਮੀਂਦਾਰ ਆ ਜਿਹੜਾ ਨੰਗੇ ਪੈਰ ਪਾਣੀ ਲਾਉਂਦਾ, ਨੱਕੇ ਛੱਡਦਾ, ਤੇ ਉਹਨੂੰ ਇਹ ਠੰਡਾ ਹਾਂ ਬਜ਼ੁਰਗਾਂ ਨੂੰ ਜ਼ਰੂਰ, ਜਿਹੜੇ ਬਜ਼ੁਰਗ ਨੇ ਉਮਰਾਂ ਦੇ 90 ਸਾਲ ਦੇ ਆ, ਉਹਨਾਂ ਦੇ ਜ਼ਰੂਰ ਅਸਰ ਹੁੰਦਾ। ਬਾਕੀਆਂ ਨੂੰ ਤੁਸੀਂ ਕੀ ਡਰਾਉਂਦੇ ਹੋ ਇਹ ਗੱਲਾਂ ਨਾਲ? ਕਿਸੇ ਨੇ ਨਹੀਂ ਹਟਣਾ। ਠੰਡ ਛੱਡ ਉਰੇ ਬਰਫ਼ ਪੈਂਦੀ ਰਹੇ,
ਕਿੰਨੇ ਕੁ ਮਰ ਜਾਣਗੇ, ਕਿੰਨੇ ਕੁ ਮਾਰ ਲਓਗੇ, ਕਿੰਨੇ ਕੁ ਸ਼ਹੀਦ ਕਰ ਲਓਗੇ? ਇਹ ਨਹੀਂ ਹੋਣਾ। ਇਹ ਤਾਂ ਗੁਰੂ ਮਹਾਰਾਜ ਦੇ ਅਸੀਂ ਤਾਂ ਉਹ ਆ ਜਿਹੜੇ ਉਹਨਾਂ ਨੇ ਆਪਣੇ ਸਾਹਿਬਜ਼ਾਦੇ ਜਦੋਂ ਜਦ ਵੀ ਕੋਈ ਤਕਲੀਫ ਆਉਂਦੀ ਹੈ ਮੂਹਰੇ ਉਹ ਸੋਚ ਲਈਦਾ ਵੀ ਕਿਵੇਂ ਨੀਹਾਂ 'ਚ ਚਿਣੇ 7 ਤੇ 9 ਸਾਲ। ਇਸ ਕਰਕੇ ਕੋਈ ਜਦੋਂ ਉਹ ਗੱਲਾਂ ਮੂਹਰੇ ਜਦ ਢਾਡੀ ਚੱਲਦੇ ਆ, ਜਦ ਢਾਡੀਆਂ ਦੀਆਂ ਵਾਰਾਂ ਸੁਣਦੇ ਆ ਪੰਜਾਬੀ, ਉਹ ਤਾਂ ਹੁਣ ਮੈਂ ਲੋਕ ਕੋਈ ਜਿਹੜਾ ਇਹ ਗੱਲ ਉਹ ਅਨਪਾਰਲੀਮੈਂਟਰੀ ਕਰਨਾ ਨਹੀਂ ਚਾਹੁੰਦਾ, ਕਈ ਵਾਰ ਹੋ ਜਾਂਦੀ ਆ। ਇਸ ਕਰਕੇ ਮੋਦੀ ਸਾਹਿਬ ਤਾਂ ਇੱਕ ਦਾੜੀ ਰੱਖ ਕੇ ਆਪਣੇ ਆਪ ਨੂੰ ਤਕੜਾ ਕਰ ਰਹੇ, ਉਰੇ ਤਾਂ ਸਾਰਿਆਂ ਦੇ ਦਾੜੀਆਂ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ। ਸੋ ਜਿੱਥੇ ਕਿਸਾਨ ਡਟੇ ਨੇ ਉੱਥੇ ਕਾਂਗਰਸ ਪਾਰਟੀ ਦੇ ਐਮਪੀ ਵੀ ਡਟੇ ਨੇ, ਸਾਫ਼ ਕਹਿ ਰਹੇ ਨੇ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਡਟੇ ਰਹਿਣਗੇ। ਦਿੱਲੀ ਤੋਂ ਕੈਮਰਾ ਪਰਸਨ ਕਾਸ਼ਦੀਪ ਦੇ ਨਾਲ ਰਵੀ ਜਾਖੂ।